बिस्मिल्लाहिर्रहमानिर्रहीम। दोस्तों, अरशद लोधी कम दियां गल्लां नाल हाज़िर खिदमत है। की हाल जे? ठीक ठाक हो? खरीत नाल हो? अल्लाह ताला तुहानू सलामत रखे, खुश रवो, आबाद रवो, शाद रवो। लो दोस्तों, जिंदगी बड़ी मुख्तसर जे ते जिंदगी दे विच कोई नेक काम कर जाना ਇਹੋ ਹੀ ਬਖਸ਼ਿਸ਼ ਦਾ ਜ਼ਰੀਆ ਵਜੇ। ਠੀਕ ਹੈ ਜੀ। ਜੋ ਕੁਝ ਤੁਸੀਂ ਦੁਨੀਆ ਤੇ ਛੱਡ ਜਾਣਾ ਉਹ ਤੁਹਾਡਾ ਨਹੀਂ ਜਾਏਗਾ, ਉਹ ਉਹਦੇ ਵਾਰਸ ਪਿੱਛੇ ਬੈਠੇ ਜੇ, ਉਹਨਾਂ ਨੇ ਮੱਲ ਲੈਣਾ ਜੀ ਆਪਣਾ ਆਪਣਾ ਹਿੱਸਾ, ਤੇ ਤੁਹਾਡੇ ਪੱਲੇ ਕੁਛ ਨਹੀਂ ਜੇ ਪੈਣਾ। ਤੇ ਗੌਰ ਕਰਿਆ ਕਰੋ, ਕੋਈ ਅੱਲਾ ਦੀ ਰਾਹ 'ਚ ਵੀ ਇਸਤੇਮਾਲ ਕਰਿਆ ਕਰੋ, ਕੋਈ ਚੀਜ਼ ਵੰਡਿਆ ਕਰੋ, ਕੋਈ ਦਿਆ ਕਰੋ। ਤੇ ਲੋ ਗੱਲ ਨੂੰ ਸ਼ੁਰੂ ਕਰੀਏ। ਇੱਕ ਸਾਹਿਬ ਸਨ, ਮਿਲ ਓਨਰ ਸਨ, ਬੜੇ ਅਮੀਰ ਸਨ, ਅੱਲਾ ਪਾਕ ਦਾ ਦਿੱਤਾ ਸਭ ਕੁਛ ਸੀ ਉਹਨਾਂ ਦੇ ਕੋਲ, ਤੇ ਉਹਨਾਂ ਨੂੰ ਅੰਗੂਰ ਬੜੇ ਪਸੰਦ ਸਨ। ਇੱਕ ਦਿਨ ਬਾਜ਼ਾਰ 'ਚ ਜਾ ਰਹੇ ਸਨ ਅਤੇ ਉਹਨਾਂ ਨੇ ਦੇਖਿਆ ਕਿ ਜਨਾਬ ਰੇਹੜੀ ਦੇ ਉੱਤੇ ਅੰਗੂਰ ਬਹੁਤ ਖੂਬਸੂਰਤ, ਬੜੇ ਪਿਆਰੇ ਅਤੇ ਫਰੈਸ਼ ਅੰਗੂਰ ਜਿਹੜੇ ਨੇ ਉਹ ਬੰਦਾ ਵੇਚ ਰਿਹਾ ਸੀ। ਅਤੇ ਉਹਨਾਂ ਨੇ ਗੱਡੀ ਰੋਕੀ ਅਤੇ ਪੁੱਛਿਆ ਕਿ ਅੰਗੂਰਾਂ ਦਾ ਰੇਟ ਛੇਟ ਕੀ ਹੈ। ਅੰਗੂਰਾਂ ਦਾ ਰੇਟ ਪੁੱਛਿਆ, ਅੰਗੂਰ ਉਹਦੇ ਕੋਲ ਲਏ 2 ਕਿਲੋ ਅਤੇ ਉਹਨੂੰ ਪੈਸੇ ਦਿੱਤੇ ਅਤੇ ਚਲੇ ਗਿਆ। ਫੈਕਟਰੀ ਪਹੁੰਚ ਕੇ ਉਹਨੇ ਆਪਣੇ ਮੁਲਾਜ਼ਮ ਨੂੰ ਕਿਹਾ ਕਿ ਇਹ ਅੰਗੂਰ ਜਿਹੜੇ ਨੇ ਇੱਥੇ ਪੇ ਖਰਾਬ ਹੋਣਗੇ ਅਤੇ ਇੰਜ ਕਰਕੇ ਅੰਗੂਰ ਕਰਦੇ ਆ। ਉਹ ਮੁਲਾਜ਼ਮ ਜਿਹੜਾ ਸੀ ਉਹਨੇ ਅੰਗੂਰ ਫੜੇ ਅਤੇ ਉਹ ਅੰਗੂਰ ਘਰ ਦੇਣ ਚਲਾ ਗਿਆ, ਜਿਸ ਤਰ੍ਹਾਂ ਕਿ ਬਾਕੀ ਸਮਾਨ ਵੀ ਘਰ ਦੇਣ ਪਹਿਲੇ ਵੀ ਜਾਂਦਾ ਸੀ। ਉਹਨੇ ਜਾ ਕੇ ਅਤੇ ਅੰਗੂਰ ਦਿੱਤੇ। ਉਹ ਘਰਦਿਆਂ ਨੇ ਅੰਗੂਰ ਜਿਹੜੇ ਨੇ ਉਹ ਦੇਖੇ, ਬੜੇ ਸੋਹਣੇ, ਬੜੇ ਖੂਬਸੂਰਤ ਅੰਗੂਰ, ਅਤੇ ਉਹਨਾਂ ਨੇ ਅੰਗੂਰ ਧੋਤੇ, ਫਰਿੱਜ 'ਚ ਰੱਖੇ। ਅਤੇ ਉਹ ਸਾਹਿਬ ਜਿਸ ਵੇਲੇ ਰਾਤ ਨੂੰ ਵਾਪਸ ਆਏ, ਥੋੜ੍ਹੇ ਲੇਟ ਹੋ ਗਏ, ਅਤੇ ਖਾਣਾ ਛਾਣਾ ਖਾਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੇਗਮ ਸਾਹਿਬਾ, ਉਹ ਅੰਗੂਰ ਜਿਹੜੇ ਮੈਂ ਤੁਹਾਨੂੰ ਲਿਆ ਕੇ ਦਿੱਤੇ ਸਨ, ਮੈਂ ਭੇਜੇ ਸਨ ਮੁਲਾਜ਼ਮ ਦੇ ਹੱਥ, ਅਤੇ ਉਹ ਅੰਗੂਰ ਤਾਂ ਲਿਆਓ ਜ਼ਰਾ ਖਾਈਏ। ਉਹ ਬੇਗਮ ਸਾਹਿਬਾ ਨੇ ਜਨਾਬ ਬੱਚਿਆਂ ਵੱਲ ਦੇਖਿਆ, ਬੱਚਿਆਂ ਨੇ ਬੇਗਮ ਵੱਲ ਦੇਖਿਆ, ਅਤੇ ਉਹਨਾਂ ਨੇ ਕਿਹਾ ਜੀ ਉਹ ਅੰਗੂਰ ਤਾਂ ਖ਼ਤਮ ਹੋ ਗਏ ਨਾ, ਅੰਗੂਰ ਤਾਂ ਅਸੀਂ ਖਾ ਲਏ ਨਾ ਸਾਰੇ। ਉਹਨੇ ਕਿਹਾ ਅੱਛਾ, ਮੇਰੇ ਵਾਸਤੇ ਨਹੀਂ ਰੱਖੇ? ਉਹਨੇ ਕਿਹਾ ਨਹੀਂ ਜੀ, ਉਹ ਤਾਂ ਅਸੀਂ ਸਾਰੇ ਖਾ ਲਏ। ਉਹਨੇ ਕਿਹਾ ਯਾਰ ਤੁਹਾਨੂੰ ਪਤਾ ਵੀ ਸੀ ਕਿ ਅੰਗੂਰ ਮੈਨੂੰ ਬੜੇ ਪਸੰਦ ਨੇ, ਅਤੇ ਤੁਸੀਂ ਵੀ ਆਪਣੇ ਵੀ ਖਾਂਦੇ, ਅਤੇ ਕਮ ਸੇ ਕਮ ਮੇਰੇ ਵਾਸਤੇ ਵੀ ਰੱਖ ਦਿੰਦੇ। ਉਹਨੇ ਕਿਹਾ ਜੀ ਬਸ ਉਹ ਫਿਰ ਬੱਚਿਆਂ ਨੂੰ ਪਸੰਦ ਸਨ ਅਤੇ ਬੱਚਿਆਂ ਨੇ ਖਾ ਲੈਣਾ। ਉਹਨੇ ਕਿਹਾ ਅੱਛਾ ਚਲੋ ਕੋਈ ਗੱਲ ਨਹੀਂ। ਉਹ ਬੰਦਾ ਉੱਠਿਆ ਅਤੇ ਗੱਡੀ ਕੱਢੀ ਅਤੇ ਘਰੋਂ ਨਿਕਲ ਗਿਆ। ਬਾਹਰ ਜਾ ਕੇ ਉਹ ਸੋਚਦਾ ਹੈ ਕਿ ਯਾਰ ਅੱਜ ਇਹ ਅੰਗੂਰ ਜਿਨ੍ਹਾਂ ਬੱਚਿਆਂ ਨੂੰ ਜਾਂ ਬੀਵੀ ਨੂੰ ਜਿਹਨੂੰ ਪਤਾ ਵੀ ਹੈ ਕਿ ਮੈਨੂੰ ਅੰਗੂਰ ਬਹੁਤ ਪਸੰਦ ਨੇ, ਅਤੇ ਮੈਂ ਆਪਣੀ ਪਸੰਦ ਦੇ ਮੁਤਾਬਕ ਅੰਗੂਰ ਭੇਜੇ ਨੇ, ਅਤੇ ਮੇਰੇ ਵਾਸਤੇ ਇਹਨਾਂ ਨੇ ਅੰਗੂਰ ਨਹੀਂ ਰੱਖੇ, ਅਤੇ ਕੱਲ੍ਹ ਨੂੰ ਜਿਸ ਵੇਲੇ ਮਰ ਜਾਵਾਂਗਾ ਅਤੇ ਉਦੋਂ ਕਦੋਂ ਮੇਰੀ ਇਹ ਮਤਲਬ ਕੋਈ ਮੇਰੇ ਪਿੱਛੇ ਕੁਛ ਭੇਜਣਗੇ ਜਾਂ ਮੇਰੇ ਵਾਸਤੇ ਕੋਈ ਫਾਤਿਹਾ ਦਰੂਦ ਪੜ੍ਹਨਗੇ, ਜਿਹੜੇ ਅੱਜ ਜ਼ਿੰਦਾ ਜੀ ਮੇਰੀ ਪਸੰਦ ਦੀ ਚੀਜ਼ ਜਿਹੜੀ ਹੈ ਉਹਨਾਂ ਨੇ ਖਾ ਛੱਡੀ ਹੈ, ਅਤੇ ਮਰਨ ਤੋਂ ਬਾਅਦ ਤਾਂ ਮੇਰਾ ਖਿਆਲ ਹੈ ਮੇਰਾ ਕੋਈ ਹਾਲ ਨਹੀਂ। ਉਹ ਸਿੱਧਾ ਜਾਂਦਾ ਇੱਕ ਡੀਲਰ ਕੋਲ। ਉਹ ਡੀਲਰ ਨੂੰ ਕਹਿੰਦਾ ਹੈ ਕਿ ਯਾਰ ਮੈਨੂੰ ਫੌਰੀ ਤੌਰ 'ਤੇ ਕੋਈ ਜਗ੍ਹਾ ਜਿਹੜੀ ਹੈ ਨਾ, ਕੋਈ 2-3 ਕਨਾਲ ਦਿਓ ਕਿ ਮੈਂ ਮਸਜਿਦ ਬਣਾਉਣਾ ਚਾਹ ਰਿਹਾ। ਉਹਨੇ ਕਿਹਾ ਜਨਾਬ ਸੁਬਾਹ ਇਨਸ਼ਾਅੱਲਾ ਤੁਹਾਨੂੰ ਮੈਂ ਦਿਖਾ ਦਿਆਂਗਾ। ਉਹਨੇ ਕਿਹਾ ਨਹੀਂ ਸੁਬਾਹ ਨਹੀਂ, ਹੁਣੇ ਮੈਨੂੰ ਦੱਸ ਕਿਹੜੀ ਜਗ੍ਹਾ ਵਿਕਦੀ ਪਈ ਹੈ ਅਤੇ ਮੇਰੇ ਕੋਲ ਬਿਆਨਾ ਟੋਕਨ ਫੜ। ਖੈਰ ਉਹ ਪ੍ਰਾਪਰਟੀ ਡੀਲਰ ਨੇ ਜਨਾਬ ਉਹ 2-3 ਜਗ੍ਹਾ ਉਹਨੂੰ ਦਿਖਾਈਆਂ। ਇੱਕ ਜਗ੍ਹਾ ਉਹਨੂੰ ਪਸੰਦ ਆ ਗਈ। ਉਹਨੇ ਕਿਹਾ ਠੀਕ ਹੈ ਜੀ, ਉਹਦਾ ਸੌਦਾ ਕੀਤਾ ਅਤੇ ਉਹਨੂੰ ਜਨਾਬ ਬਿਆਨਾ ਸ਼ਿਆਨਾ ਦਿੱਤਾ। ਅਗਲੇ ਦਿਨ ਉਹਨੇ ਉਸ ਮਸਜਿਦ ਦੇ ਵਾਸਤੇ ਗੌਰਮੈਂਟ ਨੂੰ ਅਪਲਾਈ ਕੀਤਾ, ਨਕਸ਼ਾ ਨੁਕਸ਼ਾ ਬਣਵਾਇਆ, ਮਟੀਰੀਅਲ ਸੁੱਟਿਆ, ਅਤੇ 2-3 ਮਹੀਨੇ ਦੇ ਵਿੱਚ ਉੱਥੇ ਮਸਜਿਦ ਬਣਾ ਕੇ ਉੱਥੇ ਉਹਨੇ ਇੱਕ ਮੌਲਾਨਾ ਸਾਹਿਬ ਨੂੰ ਡਿਊਟੀ 'ਤੇ ਰੱਖ ਦਿੱਤਾ, ਜਿਹੜਾ ਉੱਥੇ ਅਜ਼ਾਨ ਦਿੰਦਾ ਅਤੇ ਨਮਾਜ਼ ਪੜ੍ਹਾਉਂਦਾ ਸੀ। ਅਤੇ ਉਹਨੇ ਆਪਣੀ ਮਸਜਿਦ ਦੇ ਵਿੱਚ 5 ਟਾਈਮ ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੱਤੀ। ਉਹ ਜਿਸ ਵੇਲੇ ਘਰਦਿਆਂ ਨੂੰ ਪਤਾ ਲੱਗਾ ਕਿ ਮਤਲਬ ਇਹਨੇ ਮਸਜਿਦ ਬਣਾਈ ਹੈ ਅਤੇ ਮਸਜਿਦ 'ਤੇ ਬੜਾ ਟਾਈਮ ਦੇਣਾ ਸ਼ੁਰੂ ਕਰ ਦਿੱਤਾ ਹੈ, ਬੜੇ ਪੈਸੇ ਮਸਜਿਦ 'ਤੇ ਲਾਤੇ ਨੇ, ਅਤੇ ਚੂँਕਿ ਬੱਚੇ ਵੀ ਜਵਾਨ ਸਨ ਅਤੇ ਬੇਗਮ ਸਾਹਿਬਾ ਵੀ ਮਤਲਬ ਜ਼ਾਹਿਰ ਹੈ ਜਿਸ ਵੇਲੇ ਬੱਚੇ ਜਵਾਨ ਹੋ ਜਾਣ ਅਤੇ ਉਹ ਵੀ ਜਵਾਨ ਹੋ ਜਾਂਦੀ ਹੈ ਨਾ ਜੀ। ਉਹਨੇ ਕਿਹਾ ਕਿ ਇਹ ਕੀ ਮਾਜਰਾ ਹੈਗਾ, ਤੂੰ ਆਪਣੇ ਇੰਨੇ ਸਾਰੇ ਪੈਸੇ ਜਿਹੜੇ ਨੇ ਉਹ ਮਸਜਿਦ 'ਤੇ ਲਾਤੇ ਨੇ, ਅਤੇ ਸਾਰੇ ਟਾਈਮ ਵੀ ਤੇਰਾ ਮਸਜਿਦ ਵਾਲੇ ਪਾਸੇ ਤਵੱਜੋ ਹੋ ਗਈ ਹੈ, ਤੂੰ ਕਾਰੋਬਾਰ ਵਾਲੇ ਪਾਸੇ ਤੇਰੀ ਤਵੱਜੋ ਕੋਈ ਨਹੀਂ ਰਹਿ ਗਈ, ਇਹ ਕੀ ਮਾਜਰਾ ਹੈ। ਉਹਨੇ ਸਾਰਿਆਂ ਨੂੰ ਬਿਠਾਇਆ। ਉਹਨੇ ਕਿਹਾ ਗੱਲ ਹੈਗੀ ਹੈ ਕਿ ਮੈਂ ਕੁਛ ਦਿਨ ਪਹਿਲੇ ਤੁਹਾਨੂੰ ਅੰਗੂਰ ਭੇਜੇ ਸਨ, ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਅੰਗੂਰ ਬਹੁਤ ਪਸੰਦ ਨੇ, ਅਤੇ ਤੁਸੀਂ ਮੇਰੇ ਅੰਗੂਰਾਂ ਨੂੰ ਸਾਰਿਆਂ ਨੂੰ ਖਾ ਕੇ ਅਤੇ ਮੇਰੇ ਵਾਸਤੇ ਕੋਈ ਅੰਗੂਰ ਨਹੀਂ ਰੱਖਿਆ।
ਹਾਲਾਂਕਿ ਤੁਹਾਨੂੰ ਪਤਾ ਸੀ ਕਿ ਮੇਰੀ ਪਸੰਦ ਦੀ ਚੀਜ਼ ਹੈ। ਤੇ ਜੇ ਤੁਸੀਂ ਮੇਰੇ ਜਿੰਦੇ ਜੀ ਮੇਰੀ ਪਸੰਦ ਦਾ ਖਿਆਲ ਨਹੀਂ ਕੀਤਾ, ਮੇਰੀ ਆਪਣੀ ਕਮਾਈ ਦਾ ਮਾਲ ਤੁਸੀਂ ਮੇਰੇ ਵਾਸਤੇ ਨਹੀਂ ਰੱਖਿਆ, ਤੇ ਮੇਰੇ ਮਰਨ ਤੋਂ ਬਾਅਦ ਤੁਸੀਂ ਮੇਰੀ ਜ਼ਰੂਰਤਾਂ ਦਾ ਕਦੋਂ ਖਿਆਲ ਰੱਖਣਾ ਹੈ? ਤੁਸੀਂ ਮੇਰੇ ਵਾਸਤੇ ਕਦੋਂ ਕੋਈ ਜ਼ਰੂਰਤ ਪੜ੍ਹ ਕੇ ਭੇਜਣਾ ਹੈ? ਤੇ ਮੈਂ ਸੋਚਿਆ ਕਿ ਮੈਂ ਆਪਣੀ ਜਿਹੜੀ ਆਖਰਤ ਹੈ ਉਹਨੂੰ ਸੰਵਾਰਨ ਵਾਸਤੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਆਪਣੀ ਕਮਾਈ ਦੇ ਵਿੱਚੋਂ ਕੁਛ ਹਿੱਸਾ ਜਿਹੜਾ ਹੈ ਉਹ ਅੱਲਾ ਦੀ ਰਾਹ 'ਚ ਲਾ ਦਿਆਂ ਅਤੇ ਮਸਜਿਦ ਬਣਾ ਦਿਆਂ, ਤਾਂ ਕਿ ਤੁਹਾਡੇ ਮੇਰੇ ਮਰਨ ਤੋਂ ਬਾਅਦ ਵੀ ਲੋਕ ਇੱਥੇ ਨਮਾਜ਼ ਪੜ੍ਹਨਗੇ ਅਤੇ ਅੱਲਾ ਮੈਨੂੰ ਉਹਦਾ ਸਵਾਬ ਅਤੇ ਅਜਰ ਦੇਗਾ। ਅਤੇ ਦੋਸਤੋ, ਗੱਲ ਕਰਨ ਦਾ ਮਤਲਬ ਜਿਹੜਾ ਸੀ ਉਹ ਇਹ ਹੈ, ਕਿਸੇ ਵੀ ਸੂਰਤ ਇਹ ਨਹੀਂ ਸਮਝਣਾ ਕਿ ਆਪਣੀ ਜ਼ਿੰਦਗੀ ਦਾ ਸਾਰਾ ਕੁਛ ਕਮਾ ਕੇ ਅਤੇ ਉਹਨਾਂ 'ਤੇ ਅੱਲਾ ਦੀ ਰਾਹ 'ਤੇ ਲਾ ਦਿਓ, ਲੇਕਿਨ ਜਿੰਨਾ ਤੁਸੀਂ ਤੌਫੀਕ ਹੈ ਤੁਹਾਨੂੰ, ਜਿੰਨੀ ਕਰ ਸਕਦੇ ਹੋ ਆਸਾਨੀ ਨਾਲ, ਅੱਲਾ ਦੀ ਰਾਹ ਵਿੱਚ ਨੇਕ ਕੰਮਾਂ 'ਚ ਪੈਸੇ ਲਾਇਆ ਕਰੋ, ਕਿਉਂਕਿ ਆਖਰਤ ਦੇ ਵਿੱਚ ਤੁਹਾਡੇ ਉਹੀ ਚੀਜ਼ ਕੰਮ ਆਉਣੀ ਹੈ ਕਿ ਜਿਹੜੀ ਤੁਸੀਂ ਅੱਲਾ ਦੀ ਰਾਹ ਵਿੱਚ ਦੇ ਦਿੱਤੀ। ਕਿਸੇ ਗਰੀਬ ਦਾ ਭਲਾ ਕਰ ਦਿੱਤਾ, ਕਿਸੇ ਯਤੀਮ ਦੀ ਬੱਚੀ ਵਿਆਹ ਦਿੱਤੀ, ਅਤੇ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰ ਦਿੱਤੀ, ਜਾਂ ਅੱਲਾ ਦੀ ਰਾਹ ਵਿੱਚ ਕੋਈ ਰਫਾਏ ਆਮਾ ਦਾ ਕੰਮ ਕਰ ਦਿੱਤਾ। ਅਤੇ ਅੱਲਾਹ ਤਾਲਾ ਸਾਨੂੰ ਸਭ ਨੂੰ ਤੌਫੀਕ ਦੇਵੇ, ਅਤੇ ਅੱਲਾਹ ਤਾਲਾ ਜਿਹਨੇ ਮਸਜਿਦ ਬਣਾਈ ਹੈ ਅੱਲਾ ਉਹਨੂੰ ਅਜਰ ਅਜ਼ੀਮ ਅਤਾ ਕਰੇ। ਇੰਸ਼ਾ ਅੱਲਾਹ ਤਾਲਾ ਬਸ਼ਰਤੇ ਜ਼ਿੰਦਗੀ ਕੱਲ੍ਹ ਫਿਰ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਵਾਂਗਾ। ਕੱਲ੍ਹ ਤੱਕ ਇਜਾਜ਼ਤ ਚਾਹੁੰਦਾ। ਅੱਲਾ ਹਾਫਿਜ਼।